ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਦੰਗਲ ਭਖਿਆ ਹੋਇਆ ਹੈ ਤਾਂ ਨਾਲ ਹੀ ਇਲਜ਼ਾਮ ਤਰਾਸ਼ੀ ਦਾ ਦੌਰ ਵੀ ਤੇਜ਼ ਹੋਇਆ ਹੈ। ਵੋਟਾਂ ਕਟਵਾਉਣ ਦੇ ਮਾਮਲੇ ਵਿੱਚ ਜਾਗੋ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਲਜ਼ਾਮਾਂ ਤੇ ਤਿੱਖਾ ਪਲਟਵਾਰ ਕੀਤਾ ਹੈ। ਜਾਗੋ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਚੋਣ ਸਹਾਇਤਾ ਲਗਾਉਣ ਦੀ ਦਿੱਲੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ। ਜਾਗੋ ਪਾਰਟੀ ਦੇ ਮੁੱਖ ਮਹਾਸਕੱਤਰ ਪਰਮਿੰਦਰਪਾਲ ਸਿੰਘ ਅਤੇ ਦਿੱਲੀ ਪ੍ਰਦੇਸ਼ ਅਧਿਕਸ਼ ਚਮਨ ਸਿੰਘ ਸ਼ਾਹਪੁਰਾ ਨੇ ਅੱਜ ਇਹ ਮੰਗ ਕੀਤੀ ਹੈ। ਪਾਰਟੀ ਆਫਿਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਤੇ ਕਾਬਜ ਬਾਦਲ ਦਲ ਕਮੇਟੀ ਚੋਣਾਂ ਦੀ ਵੋਟਰ ਲਿਸਟ ਤੋਂ 85,000 ਵੋਟਾਂ ਕਟਵਾਉਣ ਦਾ ਜਾਗੋ ਪਾਰਟੀ ਤੇ ਬਿਨਾਂ ਸਬੂਤ ਇਲਜ਼ਾਮ ਲਗਾ ਰਿਹਾ ਹੈ। ਜਦ ਕਿ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਮੰਤਰੀ ਰਜਿੰਦਰਪਾਲ ਗੌਤਮ ਦੁਆਰਾ ਬੁਲਾਈ ਗਈ ਮੀਟਿੰਗ 'ਚ ਜਾਗੋ ਪਾਰਟੀ ਨੇ ਇਹਨਾਂ ਵੋਟਾਂ ਦੇ ਕੱਟਣ ਤੇ ਆਪਣਾ ਵਿਰੋਧ ਦਰਜ ਕਰਵਾਇਆ ਸੀ, ਪਰ ਬਾਦਲ ਦਲ ਦੇ ਆਗੂ ਮੀਡੀਆ 'ਚ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਪਰਮਿੰਦਰਪਾਲ ਸਿੰਘ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਕਮੇਟੀ ਦੇ ਸਟਾਫ ਅਤੇ ਸਾਧਨਾਂ ਦਾ ਬਾਦਲ ਦਲ ਨੇ ਕਮੇਟੀ ਚੋਣਾਂ 'ਚ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਬਕਾਇਦਾ ਦਿੱਲੀ ਕਮੇਟੀ ਦੀ ਗੋਲਕ ਨੂੰ ਨਿੱਜੀ ਪ੍ਰਚਾਰ 'ਚ ਇਸਤੇਮਾਲ ਕਰਨ ਦੇ ਲਈ ਕਮੇਟੀ ਦੇ ਨਵੇਂ ਅਹੁਦਿਆਂ ਦੀ ਨਿਯੁਕਤੀ ਕਰਨ ਦੇ ਨਾਲ ਲੋਕਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਪਾਸੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨੂੰ ਪਿਛਲੇ 10 ਮਹੀਨੇ ਤੋਂ 60% ਘੱਟ ਤਨਖਾਹ ਦਿੱਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਰਾਜਨੀਤਿਕ ਮਨੋਰਥ ਨੂੰ ਪੂਰਾ ਕਰਨ ਦੇ ਲਈ ਕਮੇਟੀ 'ਚ ਨਵੇਂ ਲੋਕਾਂ ਦੀ ਭਰਤੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮੇਟੀ ਦੇ ਸਾਰੇ ਆਰਥਿਕ ਸਾਧਨਾਂ ਦਾ ਦੁਰਉਪਯੋਗ ਕਰਨ ਅਤੇ ਰਾਜਨੀਤਿਕ ਲਾਭ ਲੈਣ ਦੇ ਇਲਜ਼ਾਮ ਵੀ ਉਹਨਾਂ ਨੇ ਲਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਕੌਮੀ ਮੀਡੀਆ ਵਿੱਚ ਪੇਡ ਖਬਰਾਂ ਲਗਾਈਆਂ ਜਾ ਰਹੀਆਂ ਹਨ ਤਾਂ ਕਿ ਕਿਸੇ ਵੀ ਤਰੀਕੇ ਨਾਲ ਬਾਦਲ ਦਲ ਦੀ ਡਿੱਗੀ ਹੋਈ ਸਾਖ ਨੂੰ ਉਠਾਇਆ ਜਾ ਸਕੇ। ਇਸ ਦੇ ਲਈ ਬਕਾਇਦਾ ਝੂਠੀਆਂ ਖਬਰਾਂ ਲਗਾਉਣ ਤੋਂ ਪਰਹੇਜ਼ ਨਹੀਂ ਕੀਤਾ ਜਾ ਰਿਹਾ ਹੈ। ਪਰਮਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੰਤਰੀ ਦੇ ਸਾਹਮਣੇ ਬਾਦਲ ਦਲ ਦੇ ਪ੍ਰਤੀਨਿਧੀ ਮੰਡਲ ਨੇ ਵੋਟਾਂ ਕੱਟਣ ਦੇ ਮਾਮਲੇ 'ਚ ਚੁੱਪੀ ਧਾਰਨ ਕਰਕੇ ਬੈਠੇ ਹੋਏ ਸਨ ਅਤੇ ਜਦੋਂ ਵੋਟਾਂ ਕੱਟਣ ਦਾ ਜਾਗੋ ਪਾਰਟੀ ਨੇ ਵਿਰੋਧ ਕੀਤਾ ਤਾਂ ਬਾਹਰ ਆ ਕੇ ਉਸ ਦੇ ਬਾਰੇ ਝੂਠਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਚਮਨ ਸਿੰਘ ਨੇ ਕਿਹਾ ਕਿ ਦਿੱਲੀ ਦੇ ਆਗੂ ਜਾਗੋ ਪਾਰਟੀ ਦੀ ਚੜ੍ਹਾਈ ਤੋਂ ਪਰੇਸ਼ਾਨ ਹਨ, ਇਸ ਕਰਕੇ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕਰ ਰਹੇ ਹਨ। ਲਗਾਤਾਰ ਜਾਗੋ ਪਾਰਟੀ ਦਾ ਕਾਫਲਾ ਵਧ ਰਿਹਾ ਹੈ, ਇਸ ਲਈ ਵੋਟ ਕੱਟਣ ਦੇ ਮਾਮਲੇ 'ਚ ਬਾਦਲ ਦਲ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਨਿਸ਼ਾਨਾ ਲੈ ਕੇ ਚੱਲਿਆ ਹੈ। ਸੋ ਡੀਐਸਜੀਐਨਸੀ ਚੋਣਾਂ ਤੋਂ ਠੀਕ ਪਹਿਲਾਂ ਇਲਜ਼ਾਮ ਤਰਾਸ਼ੀ ਦਾ ਦੌਰ ਪੂਰੇ ਜ਼ੋਰਾਂ ਤੇ ਹੈ। ਅੱਜ ਅਸੀਂ ਜੋ ਤੁਹਾਨੂੰ ਤਕਲੀਫ ਦਿੱਤੀ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ 2021 ਦੇ ਵਿੱਚ ਹੋਣੀਆਂ ਨੇ ਉਸ ਦੇ ਵਿੱਚ ਇੱਕ ਬੜਾ ਨਾਜ਼ੁਕ ਮੋੜ ਇਸ ਸਮੇਂ ਆ ਗਿਆ ਹੈ ਔਰ ਉਸ ਦਾ ਸਭ ਤੋਂ ਵੱਡਾ ਕਾਰਨ ਜੋ ਹੈ ਜੋ ਪੁਰਾਣੀ ਵੋਟਰ ਲਿਸਟ ਹੈ 2017 ਦੀ, ਜਿਸ ਦੇ ਅਨੁਸਾਰ ਪਿਛਲੀਆਂ ਚੋਣਾਂ ਹੋਈਆਂ ਸੀ, ਜਿਸ ਦੇ ਵਿੱਚ 3,86,000 ਵੋਟਰ ਜੋ ਸਿੱਖ ਵੋਟਰ ਨੇ ਦਿੱਲੀ ਦੇ ਰਜਿਸਟਰਡ ਨੇ, ਉਹਦੇ ਵਿੱਚ ਉਸ ਲਿਸਟ ਵਿੱਚੋਂ ਵੋਟਾਂ ਕੱਟਣ ਦਾ ਬੜਾ ਵੱਡਾ ਇੱਕ ਖਤਰਾ ਪੈਦਾ ਹੋ ਗਿਆ ਹੈ। ਔਰ ਇਸ ਗੱਲ ਨੂੰ ਲੈ ਕੇ ਪਰਸੋਂ ਦਿੱਲੀ ਸਰਕਾਰ ਦੇ ਗੁਰਦੁਆਰਾ ਚੁਣਾਵ ਮੰਤਰੀ ਜਿਹੜੇ ਨੇ ਰਜਿੰਦਰਪਾਲ ਗੌਤਮ, ਉਹਨਾਂ ਦੇ ਘਰ 'ਤੇ ਦਿੱਲੀ ਦੀਆਂ ਸਾਰੀ ਰਜਿਸਟਰਡ ਪਾਰਟੀਆਂ ਦੀ ਮੀਟਿੰਗ ਹੋਈ ਸੀ ਔਰ ਰਜਿਸਟਰਡ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਸੱਦਿਆ ਗਿਆ ਸੀ, ਉੱਥੇ ਇੱਕ ਨੁਮਾਇੰਦੇ ਨੂੰ ਹਰ ਪਾਰਟੀ ਤੋਂ। ਉਸ ਮੀਟਿੰਗ ਦੇ ਵਿੱਚ ਜੋ ਡਾਇਰੈਕਟਰ ਜੋ ਦਿੱਲੀ ਗੁਰਦੁਆਰਾ ਇਲੈਕਸ਼ਨ ਡਾਇਰੈਕਟੋਰੇਟ ਦੇ ਨੇ ਸਰਦਾਰ ਨਰਿੰਦਰ ਸਿੰਘ ਜੀ, ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਜੋ 50 ਦਿਨਾਂ ਤੋਂ ਵੋਟਾਂ ਬਣ ਰਹੀਆਂ ਨੇ ਉਸ ਸਾਰੀ ਵੋਟਾਂ ਦੀ ਇਸ ਐਕਸਰਸਾਈਜ਼ ਦੇ ਦੌਰਾਨ ਨਵੀਆਂ 40,000 ਵੋਟਾਂ ਬਣੀਆਂ ਨੇ ਔਰ ਜਿਹੜੀ ਪੁਰਾਣੀਆਂ ਵੋਟਾਂ 1,53,000 ਪੁਰਾਣੀਆਂ ਵੋਟਾਂ ਜਿਹੜੀਆਂ ਉਸ ਲਿਸਟ ਦੇ ਵਿੱਚ ਬਿਨਾਂ ਫੋਟੋ ਵਾਲੀਆਂ ਸੀ, ਉਹਦੇ ਵਿੱਚ ਜੋ ਉਹਨਾਂ ਨੇ ਡੋਰ ਟੂ ਡੋਰ ਜਾ ਕੇ ਤਕਰੀਬਨ 1,40,000 ਵੋਟ ਨੂੰ ਵੈਰੀਫਾਈ ਕੀਤਾ ਹੈ, ਜਿਸ ਵਿੱਚ 75,000 ਵੋਟ ਜਿਹੜੀ ਹੈ ਮੌਕੇ 'ਤੇ ਉਹਨਾਂ ਨੂੰ ਨਹੀਂ ਮਿਲੀ, ਜਾਂ ਤਾਂ ਸ਼ਿਫਟ ਹੋ ਗਏ ਨੇ ਜਾਂ ਡੈਥ ਹੋ ਗਈ ਹੈ ਜਾਂ ਉਹ ਨਹੀਂ ਰਹਿੰਦੇ ਉੱਥੇ, ਕਿਉਂਕਿ ਇਹ ਵੋਟਰ ਲਿਸਟ 1983 ਤੋਂ ਜਿਹੜੇ ਬਣੀ ਹੋਈ ਹੈ ਔਰ ਇਹ ਲਗਾਤਾਰ ਉਹੀ ਵੋਟਰ ਲਿਸਟ ਅਮੈਂਡਮੈਂਟ ਉਹਦੇ ਵਿੱਚ ਹੁੰਦੀ ਰਹੀ ਹੈ ਹਰ ਇਲੈਕਸ਼ਨ ਦੇ ਵਿੱਚ। ਔਰ ਉਹਦੇ ਵਿੱਚ 75,000 ਵੋਟ ਜੋ ਉਹਨਾਂ ਨੇ ਦੱਸਿਆ ਕਿ ਉਹਦੇ ਵਿੱਚ ਉਹ ਨਹੀਂ ਟਰੇਸ ਕਰ ਪਾ ਰਹੇ ਨੇ, ਲੇਕਿਨ 65,000 ਵੋਟ ਜਿਹੜੀ ਹੈ ਉਹ ਟਰੇਸ ਹੋ ਰਹੀ ਹੈ, ਲੇਕਿਨ ਉਹਨਾਂ ਦੀ ਫੋਟੋ ਉਸ ਦੇ ਵਿੱਚ ਨਹੀਂ ਹੈ। ਔਰ ਬਾਕੀ ਜਿਹੜੀ 13,000 ਵੋਟ ਹੈ ਉਸ ਦੇ ਉੱਤੇ ਹਾਲੇ ਉਹਨਾਂ ਦੇ ਘਰਾਂ ਵਿੱਚ ਨਹੀਂ ਪਹੁੰਚ ਪਾਏ। ਕੁਝ ਸੁਸਾਇਟੀਆਂ ਲੋਕ ਨੇ ਕਿ ਇਸ ਜਗ੍ਹਾ 'ਤੇ ਕੁਝ ਕਰੋਨਾ ਦੇ ਕਰਕੇ ਕਈ ਪਾਬੰਦੀਆਂ ਨੇ ਅਤੇ ਇਸ ਕਰਕੇ ਉਹ 13,000 ਵੋਟ ਨੂੰ ਨਹੀਂ ਹਾਲੇ ਚੈੱਕ ਕਰ ਪਾਏ, ਵੈਰੀਫਾਈ ਨਹੀਂ ਕਰ ਪਾਏ। ਅਸੀਂ ਇਹ ਕਿਹਾ ਕਿ ਇਹ ਜਿੰਨੀਆਂ ਵੀ ਵੋਟਾਂ ਜਿਹੜੀਆਂ 65,000 ਦੱਸੀਆਂ ਜਾ ਰਹੀਆਂ ਨੇ, ਇਹਨਾਂ ਕੱਟਣ ਦੀ ਬਜਾਏ ਵਾਰਡ ਵਾਈਜ਼ ਇਹਨਾਂ ਦੀ ਲਿਸਟ ਬਣਾਈ ਜਾਏ, 46 ਵਾਰਡ ਨੇ ਜੋ, ਔਰ ਉਸ ਲਿਸਟ ਨੂੰ ਗੁਰਦੁਆਰਾ ਇਲੈਕਸ਼ਨ ਡਾਇਰੈਕਟੋਰੇਟ ਆਪਣੀ ਵੈਬਸਾਈਟ ਦੇ ਉੱਪਰ ਅਪਲੋਡ ਕਰੇ ਔਰ ਉਸ ਲਿਸਟ ਨੂੰ ਅਪਲੋਡ ਕਰਨ ਤੋਂ ਬਾਅਦ ਜੋ ਵੀ ਲਿਸਟ ਫਾਈਨਲ ਹੈਗੀ ਹੈ ਉਹਦੇ ਵਿੱਚ ਅਸੀਂ ਵੀ ਕੋਸ਼ਿਸ਼ ਕਰੀਏ, ਤੁਸੀਂ ਵੀ ਕੋਸ਼ਿਸ਼ ਕਰੋ
ਔਰ 6 ਨੰਬਰ ਫਾਰਮ ਭਰ ਕੇ ਫੋਟੋ ਮੈਕਸਿਮਮ ਲਗਾਈ ਜਾਵੇ ਔਰ ਜਿਹੜੀ ਫੋਟੋ ਫਿਰ ਵੀ ਰਹਿ ਜਾਏ ਇਸ ਐਕਸਰਸਾਈਜ਼ ਦੇ ਦੌਰਾਨ ਉਸ ਲੋਕਾਂ ਦਾ ਵੋਟ ਨਾ ਕੱਟਿਆ ਜਾਏ, ਬਕਾਇਦਾ ਉਹ ਲਿਸਟ ਵੋਟਰ ਦੀ ਜਿਹੜੀ ਵਿੱਚ ਲਿਸਟ ਦੇ ਵਿੱਚ ਰਹੇ। ਔਰ ਜਦੋਂ ਵੋਟ ਪਾਉਣ ਦੀ ਵਾਰੀ ਆਏ ਤੁਸੀਂ ਉਹਦੇ 'ਤੇ ਇੱਕ ਐਡਵਾਈਜ਼ਰੀ ਜਾਰੀ ਕਰ ਸਕਦੇ ਹੋ ਕਿ ਉਹ ਵੋਟ ਜਿਹੜੀ ਹੈ ਬਿਨਾਂ ਆਈਡੀ ਪ੍ਰੂਫ ਦੇਖੇ ਨਹੀਂ ਭੁਗਤੇਗੀ, ਅਤੇ ਉਸ ਹਿਸਾਬ ਨਾਲ ਜਿਹੜੇ ਵੋਟਰਾਂ ਦਾ ਵੋਟਿੰਗ ਰਾਈਟ ਹੈ ਉਹ ਵੀ ਬਚ ਜਾਏਗਾ ਔਰ ਸਿੱਖਾਂ ਦੀ ਜਿਹੜੀ ਗਿਣਤੀ ਘਟਣ ਤੋਂ ਉਹ ਵੀ ਬਚ ਜਾਏਗੀ। ਔਰ ਉਸ ਗੱਲ ਦੇ ਉੱਤੇ ਇੱਕ ਆਮ ਸਹਿਮਤੀ ਬਣੀ ਔਰ ਉਸ ਆਮ ਸਹਿਮਤੀ ਤੋਂ ਬਾਅਦ ਤੈਅ ਹੋਇਆ ਕਿ ਜਿਹੜੀ ਵੋਟਾਂ ਬਣਾਉਣ ਦੀ ਮਿਆਦ ਹੈ ਉਹ 31 ਦਸੰਬਰ 2020 ਤੱਕ ਵਧਾਈ ਜਾਏਗੀ। ਪਰ ਬੜੀ ਹੈਰਾਨੀ ਹੋਈ ਇਸ ਸਾਰੀ ਐਕਸਰਸਾਈਜ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਇੰਦਰ ਮੋਹਨ ਸਿੰਘ ਜੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਜਗਦੀਪ ਸਿੰਘ ਕਾਹਲੋਂ ਮੌਜੂਦ ਸਨ ਔਰ ਮੇਰੇ ਬੋਲਣ ਤੋਂ ਬਾਅਦ ਉਹਨਾਂ ਨੇ ਇਸ ਗੱਲ ਦੀ ਸਖਤ ਪੈਰਵੀ ਕੀਤੀ ਕਿ ਇਹ ਗੱਲ ਹੋਣੀ ਚਾਹੀਦੀ ਹੈ, ਵੋਟਾਂ ਨਹੀਂ ਕੱਟਣੀ ਚਾਹੀਦੀਆਂ। ਪਰ ਬੜੀ ਹੈਰਾਨੀ ਹੋਈ ਕਿ ਉਹਨਾਂ ਨੇ ਪਰਸੋਂ ਇੱਕ ਬਿਆਨ ਜਾਰੀ ਕੀਤਾ ਦਿੱਲੀ ਗੁਰਦੁਆਰਾ ਕਮੇਟੀ ਤੋਂ ਔਰ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ। ਲੇਕਿਨ ਉਸ ਪ੍ਰੈਸ ਕਾਨਫਰੰਸ ਨੂੰ ਕਰਨ ਦੇ ਦੌਰਾਨ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਜਾਗੋ ਪਾਰਟੀ ਨੇ ਔਰ ਦੂਜੇ ਦਲਾਂ ਨੇ ਉਹਨਾਂ ਦੇ ਜਿਹੜੇ ਹੈ ਵੋਟਾਂ ਕੱਟਣ ਦੀ ਸਮਰਥਨ ਕੀਤਾ ਹੈ ਔਰ ਜਿਹੜੀ 65,000 ਵੋਟ ਨੂੰ ਉਹਨਾਂ ਨੇ 85,000 ਵੋਟ ਦੱਸਿਆ ਔਰ ਇਹ ਵਿੱਚ ਵੋਟ ਕਟਵਾਉਣ ਵਾਸਤੇ ਅਸੀਂ ਕਿਹਾ ਹੈ ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਦਲ ਵੱਲੋਂ ਉਹਨਾਂ ਨੇ ਦੱਸਿਆ ਕਿ ਅਸੀਂ ਉਹਦਾ ਵਿਰੋਧ ਕੀਤਾ ਹੈ। ਇਹ ਬੜੀ ਹਾਸੋਹੀਣੀ ਸਿਚੁਏਸ਼ਨ ਹੈ ਔਰ ਜੋ ਗੱਲਾਂ ਮੈਂ ਉੱਥੇ ਚੁੱਕੀਆਂ ਔਨ ਰਿਕਾਰਡ ਨੇ ਔਰ ਹੋ ਸਕਦਾ ਹੈ ਕਿ ਉਹ ਜੋ ਮਿਨਟਸ ਆਫ ਮੀਟਿੰਗ ਡਿਪਾਰਟਮੈਂਟ ਜਾਰੀ ਕਰੇਗਾ ਜਾਂ ਡਾਇਰੈਕਟੋਰੇਟ ਜਾਰੀ ਕਰੇਗਾ ਉਹਦੇ ਵਿੱਚ ਉਹ ਗੱਲਾਂ ਆਉਣਗੀਆਂ। ਪਰ ਜਿਸ ਤਰੀਕੇ ਨਾਲ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ, ਅਸੀਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਨੇ ਆ ਕਿਉਂਕਿ ਜੋ ਗੱਲ ਇਹਨਾਂ ਨੇ ਕਹੀ ਨਹੀਂ ਉੱਥੇ ਕੁਸਕੇ ਵੀ ਨਹੀਂ ਜਾਂ ਬੋਲੇ ਵੀ ਨਹੀਂ ਔਰ ਬਾਹਰ ਆ ਕੇ ਝੂਠ ਬੋਲ ਰਹੇ ਨੇ ਕਿ ਅਸੀਂ ਵੋਟਾਂ ਕਟਵਾ ਰਹੇ ਹਾਂ, ਜਦੋਂ ਕਿ ਵੋਟਾਂ ਅਸੀਂ ਬਚਾ ਰਹੇ ਸੀ। ਇਹ ਵੋਟਾਂ ਕਟਵਾਉਣ ਵਾਲੇ ਜਾਂ ਬੋਲਣ ਵੇਲੇ ਨਹੀਂ ਬੋਲੇ ਕੁਝ ਵੀ, ਜਦੋਂ ਸਭ ਕੁਝ ਫਾਈਨਲ ਹੋ ਗਿਆ ਉਹਦੇ ਬਾਅਦ ਇਹ ਬੋਲੇ ਕਿ ਹਾਂਜੀ ਠੀਕ ਸੀ ਜੀ ਬਲ ਜੀ ਵੋਟ ਨਹੀਂ ਕੱਟਣੀ ਚਾਹੀਦੀ। ਲੇਕਿਨ ਜਿੱਥੇ ਤੱਕ ਬਾਹਰ ਆ ਕੇ ਝੂਠ ਬੋਲਣ ਦੀ ਗੱਲ ਹੈ ਇਹਨਾਂ ਨੂੰ ਇਹ ਤਰੀਕਾ ਨਹੀਂ ਅਪਣਾਉਣਾ ਚਾਹੀਦਾ ਸੀ। ਇਹਨਾਂ ਦੀਆਂ ਅੱਜ ਖਬਰਾਂ ਦੇਖੀਆਂ ਨੇ ਅਸੀਂ, ਜੋ ਪ੍ਰੈਸ ਕਾਨਫਰੰਸ ਇਹਨਾਂ ਨੇ ਕੱਲ੍ਹ ਕੀਤੀ ਹੈ ਔਰ ਜੋ ਖਬਰਾਂ ਇਹਨਾਂ ਨੇ ਲਗਵਾਈਆਂ ਨੇ ਇਹ ਬਿਲਕੁਲ ਝੂਠ ਦਾ ਪੁਲਿੰਦਾ ਹੈ। ਉੱਥੇ ਇਹਨਾਂ ਨੇ ਮੂੰਹ 'ਚੋਂ ਇੱਕ ਸ਼ਬਦ ਨਹੀਂ ਕੱਢਿਆ ਇਹਨਾਂ ਵੋਟਾਂ ਨੂੰ ਕੱਟਣ ਵਾਸਤੇ ਜਾਂ ਰੋਕਣ ਵਾਸਤੇ। ਜਦੋਂ ਤੱਕ ਮੈਂ ਨਹੀਂ ਬੋਲਿਆ ਤਾਂ ਤੱਕ ਇਹ ਕੁਝ ਨਹੀਂ ਬੋਲੇ। ਔਰ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਅਮਲਾ, ਉਹਨਾਂ ਦਾ ਸਟਾਫ ਮੈਂਬਰ ਸਾਹਿਬਾਨਾਂ ਦੇ ਨਾਲ ਇਲਾਕੇ ਦੇ ਵਿੱਚ ਕਈ ਦਿਨਾਂ ਤੋਂ ਐਕਸਰਸਾਈਜ਼ ਕਰ ਰਿਹਾ ਔਰ ਸਾਨੂੰ ਵੀ ਪਤਾ ਹੈ ਕਿ ਇਹ ਕੰਮ ਇਹਨਾਂ ਦੇ ਵਰਕਰਾਂ ਨੂੰ ਕਰਨਾ ਚਾਹੀਦਾ ਸੀ, ਨਾ ਕਿ ਦਿੱਲੀ ਕਮੇਟੀ ਦੇ ਸਟਾਫ ਨੂੰ ਕਰਨਾ ਚਾਹੀਦਾ ਸੀ। ਔਰ ਇਹ ਸਟਾਫ ਦੀ ਦੁਰਵਰਤੋਂ ਕਰਦੇ ਹੋਏ ਉਹਦਾ ਮਿਸਯੂਜ਼ ਕਰ ਰਹੇ ਸੀ। ਲੇਕਿਨ ਅਸੀਂ ਇਸ ਗੱਲੋਂ ਚੁੱਪ ਸੀ ਕਿ ਚਲੋ ਇਸੇ ਭਾਣੇ ਅਗਰ ਵੋਟਾਂ ਬਣ ਜਾਂਦੀਆਂ ਨੇ ਤੇ ਸਿੱਖਾਂ ਦੀ ਜਿਹੜੀ ਹੋਂਦ ਹੈ ਔਰ ਸਿੱਖਾਂ ਦੀ ਜਿਹੜੀ ਗਿਣਤੀ ਹੈ ਉਹ ਸਹੀ ਆ ਜਾਏਗੀ। ਲੇਕਿਨ ਉਸ ਬਾਵਜੂਦ ਕਿ ਇਹ ਜਿਹੜੀ ਇਸ ਤਰੀਕੇ ਨਾਲ ਇਹਨਾਂ ਨੇ ਮੈਨੂਪੂਲੇਸ਼ਨ ਕਰਕੇ ਮਿਸਯੂਜ਼ ਕਰਕੇ ਜੋ ਇਹਨਾਂ ਨੇ ਇਲਾਕੇ ਦੇ ਵਿੱਚ ਦਿੱਲੀ ਕਮੇਟੀ ਦੇ ਸਟਾਫ ਨੂੰ ਵੋਟਾਂ ਬਣਾਉਣ ਵਾਸਤੇ ਵਰਤਿਆ, ਉਹਦੇ ਬਾਅਦ ਵੀ ਸਿਰਫ ਆંકੜਾ 40,000 ਤੱਕ ਪਹੁੰਚਿਆ ਔਰ ਵੋਟ ਕੱਟਣ ਦਾ ਜਿਹੜਾ ਆંકੜਾ ਹੈ ਉਹ 75,000 ਦੇ ਉੱਤੇ ਕਲੀਅਰ ਖੜਾ ਹੈ ਕਿ ਉਹ 75,000 ਵੋਟ ਤਾਂ ਕੱਟੀ ਹੀ ਜਾਣੀ ਹੈ। ਮਤਲਬ 35,000 ਵੋਟ ਦੇ ਅਸੀਂ ਅੱਜ ਵੀ ਲੋਸ ਵਿੱਚ ਹਾਂ। ਅਗਰ 40,000 ਵੋਟ ਸਾਡੀ ਨਵੀਂ ਬਣੀ ਹੈ ਔਰ 75,000 ਡਾਇਰੈਕਟੋਰੇਟ ਕੋਲ ਉਹ ਲਿਸਟ ਕਲੀਅਰ ਹੈ ਜਿਹੜੀ ਕੱਟਣ ਦੇ ਵਾਲੀ ਹੈ, ਉਹਦੇ ਹਿਸਾਬ ਨਾਲ 35,000 ਵੋਟ ਸਾਡੀ ਕੱਟਣੀ ਹੈ। ਔਰ ਅਗਰ ਇਹ 65,000 ਹੋਰ ਅਸੀਂ ਕੱਟਣ ਦਾ ਸ਼ੋਰ ਨਾ ਪਾਉਂਦੇ ਤਾਂ 1 ਲੱਖ ਵੋਟ ਉਸ ਦਿਨ ਕੱਟਣ ਦਾ ਫੈਸਲਾ ਉਸ ਮੀਟਿੰਗ ਦੇ ਵਿੱਚ ਹੋ ਜਾਣਾ ਸੀ। ਮੈਂ ਇਸ ਵਾਸਤੇ ਇਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੇ ਲੋਕ ਬੈਠ ਕੇ ਮੀਡੀਆ ਨੂੰ ਗੁੰਮਰਾਹ ਕਰ ਰਹੇ ਨੇ, ਝੂਠੇ ਦਾਅਵੇ ਕਰ ਰਹੇ ਨੇ ਕਿ ਜਾਗੋ ਪਾਰਟੀ ਨੇ 85,000 ਵੋਟ ਕਟਾਉਣ ਦੀ ਗੱਲ ਕਹੀ ਹੈ, ਉਹ ਸਬੂਤ ਦੇਣ, ਸਾਬਤ ਕਰਨ, ਨਹੀਂ ਤਾਂ ਮਾਫੀ ਮੰਗਣ। ਇਹ ਝੂਠ ਨਾ ਚਲਾਣ। ਤੁਹਾਡੇ ਕੋਲੋਂ ਅਗਰ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਝੂਠ ਬੋਲ ਕੇ ਜਾਂ ਸੰਗਤ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਲੋਗੇ, ਉਹ ਨਹੀਂ ਹੋਣ ਦਿਆਂਗੇ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਔਰ ਤੁਹਾਡੇ ਕਹਿਣ ਦੇ ਨਾਲ ਕੁਝ ਵੀ ਨਹੀਂ ਹੋਣ ਵਾਲਾ ਹੈਗਾ। ਔਰ ਜੋ ਕੁਝ ਉੱਥੇ ਹੋਇਆ ਮੀਟਿੰਗ ਵਿੱਚ ਔਨ ਰਿਕਾਰਡ ਹੈ ਔਰ ਉਸਦੇ ਸਾਰੇ ਉੱਥੇ ਜ਼ਿੰਮੇਵਾਰ ਸ਼ਖਸ, ਉਹਦੇ ਸਾਰੇ ਜ਼ਿੰਮੇਵਾਰ ਸ਼ਖਸ ਜਿਹੜੇ ਉੱਥੇ ਬੈਠੇ ਸੀ ਉਹ ਗਵਾਹ ਨੇ। ਜਿੱਥੇ ਅਸੀਂ ਤੁਹਾਨੂੰ ਪਿੱਛੇ ਦਿਖਾਇਆ ਕਿ ਇਹਨਾਂ ਨੇ ਵੀ ਗੁਰਦੁਆਰਾ ਬੰਗਲਾ ਸਾਹਿਬ ਦੇ ਪੇਜ ਦੇ ਉੱਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੋ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਪ੍ਰਚਾਰ ਕਰਦੇ ਹੋਏ ਜੋ ਇਲੈਕਸ਼ਨ ਸਿੰਬਲ ਹੈ ਬਾਲਟੀ ਨੂੰ ਲਗਾ ਕੇ ਇਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਔਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਪੇਜ ਤੇ ਪਾਇਆ ਸੀ ਔਰ ਸਿੱਧੇ ਮਿਸਯੂਜ਼ ਕੀਤਾ ਸੀ। ਗੁਰਦੁਆਰਾ ਬੰਗਲਾ ਸਾਹਿਬ ਦੇ ਪੇਜ ਦੇ ਉੱਪਰ ਅਕਾਲੀ ਦਲ ਦਾ ਪ੍ਰਚਾਰ ਹੋਣਾ ਬਿਲਕੁਲ ਘਟੀਆ ਰਾਜਨੀਤੀ ਹੈ ਔਰ ਸਿੱਧੇ ਤੌਰ ਤੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੀ ਉਲੰਘਣਾ ਹੈ। ਜੋ ਐਕਟ ਕਹਿੰਦਾ ਹੈ ਕਿ ਤੁਸੀਂ ਗੁਰਦੁਆਰੇ ਦੇ ਰਿਸੋਰਸਿਸ ਨੂੰ ਕਿਸੇ ਕੀਮਤ ਦੇ ਉੱਤੇ ਜਿਹੜਾ ਹੈ ਪੋਲੀਟੀਕਲ ਯੂਜ਼ ਨਹੀਂ ਕਰ ਸਕਦੇ, ਲੇਕਿਨ ਇਹ ਯੂਜ਼ ਨਹੀਂ ਮਿਸਯੂਜ਼ ਕਰਨ ਦੇ ਉੱਤੇ ਉਤਾਰੂ ਨੇ। ਹੁਣ ਇਹਨਾਂ ਨੇ ਨਵਾਂ ਇੱਕ ਕਾਰਾ ਕੀਤਾ ਆਪਣੇ ਇਲੈਕਸ਼ਨਾਂ ਨੂੰ ਜਿੱਤਣ ਵਾਸਤੇ, ਆਪਣੇ PR ਨੂੰ ਮਜ਼ਬੂਤ ਕਰਨ ਵਾਸਤੇ ਇਹਨਾਂ ਨੇ ਇੱਕ ਐਡ ਦਿੱਤੀ ਹੈ ਵੀ ਆਰ ਨਾਓ ਹਾਇਰਿੰਗ ਕਰਕੇ, ਜਿਹਦੇ ਵਿੱਚ ਐਕਸਪੀਰੀਅੰਸ ਵੀਡੀਓ ਐਡੀਟਰ ਮੰਗ ਰਹੇ ਨੇ, ਕੰਟੈਂਟ ਰਾਈਟਰ ਇੰਗਲਿਸ਼, ਕੰਟੈਂਟ ਰਾਈਟਰ ਪੰਜਾਬੀ, ਕੰਟੈਂਟ ਰਿਸਰਚਰ, ਸੋਸ਼ਲ ਮੀਡੀਆ ਐਨਾਲਾਈਸਟ, ਇਸ ਤਰ੍ਹਾਂ ਦੀ ਹੈ ਪੋਸਟਾਂ ਕ੍ਰੀਏਟ ਕਰ ਰਹੇ ਨੇ। ਔਰ ਉਹਦੇ ਬਾਅਦ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ, ਇੱਕ ਪਾਸੇ ਤੁਹਾਡਾ ਜਿਹੜਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਸਟਾਫ ਹੈ
ਉਹਨੂੰ ਪਿਛਲੇ 10 ਮਹੀਨੇ ਤੋਂ 60% ਸੈਲਰੀ ਨਹੀਂ ਮਿਲੀ ਹੈ। ਔਰ ਤੁਸੀਂ ਇੱਥੇ ਲਿਖ ਰਹੇ ਹੋ, ਜੋ ਤੁਸੀਂ ਆਪਣਾ ਪੋਸਟ ਕੱਢ ਰਹੇ ਹੋ, ਜਨਰੇਟ ਕਰ ਰਹੇ ਹੋ, ਔਰ ਜੋ ਗੁਰਦੁਆਰਾ ਬੰਗਲਾ ਸਾਹਿਬ ਦੇ ਪੇਜ 'ਤੇ ਤੁਸੀਂ ਡਿਸਪਲੇ ਕਰ ਰਹੇ ਹੋ, ਉੱਥੇ ਤੁਸੀਂ ਲਿਖ ਰਹੇ ਹੋ ਸੈਲਰੀ ਨੋ ਬਾਰ ਫॉर ਅ ਡਿਜ਼ਰਵਿੰਗ ਕੈਂਡੀਡੇਟ। ਮਤਲਬ ਤੁਹਾਡੇ ਕੋਲ ਕਿੰਨਾ ਅੰਨਾ ਪੈਸਾ ਇੱਥੇ ਹੈਗਾ ਜਿਹੜਾ ਤੁਸੀਂ ਸਿਰਫ ਆਪਣੇ ਪ੍ਰਚਾਰ ਦੇ ਉੱਤੇ ਲੁਟਾਉਣ ਵਾਸਤੇ, ਉਸ ਪ੍ਰਚਾਰ ਨੂੰ ਹਵਾ ਦੇਣ ਵਾਸਤੇ ਔਰ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇਸ ਗੋਲਕ ਨੂੰ ਮਿਸਯੂਜ਼ ਕਰਨਾ ਚਾਹੁੰਦੇ ਹੋ। ਇਹ ਬੜੀ ਹੈਰਾਨੀ ਦੀ ਗੱਲ ਹੈ। ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੋ ਕਿ ਇਹਨਾਂ ਗੱਲਾਂ ਦੇ ਵਿੱਚ ਔਰ ਇਹਨਾਂ ਖੁਰਾਫਾਤਾਂ ਦੇ ਵਿੱਚ ਮਾਹਿਰ ਨੇ, ਝੂਠੇ ਮਨਸੂਬੇ ਗੜ ਕੇ ਔਰ ਝੂਠਾ ਪ੍ਰਚਾਰ ਕਰਨ ਦੇ ਵਿੱਚ, ਅੱਜ ਉਹਨਾਂ ਨੇ ਵੀ ਇਸ ਗੱਲ ਨੂੰ, ਇਸ ਐਡ ਨਾਲ ਇਹ ਪਤਾ ਲੱਗਦਾ ਕਿ ਉਹਨਾਂ ਨੇ ਇਸ ਗੱਲ ਨੂੰ ਮਨਜ਼ੂਰ ਕਰ ਲਿਆ ਕਿ ਉਹਨਾਂ ਦੀ ਪਾਰਟੀ ਦੀ ਕੋਈ ਹਵਾ ਨਹੀਂ ਹੈ ਔਰ ਉਹਨਾਂ ਦੀ ਪਾਰਟੀ ਨਾਲ ਜਿੱਤਣਾ ਮੁਸ਼ਕਲ ਹੈ। ਇਸ ਕਰਕੇ ਹੁਣ ਇਹ ਜਿਹੜਾ ਹੈ ਪੇਡ ਮੀਡੀਆ ਡਿਵੈਲਪ ਕੀਤਾ ਜਾ ਰਿਹਾ ਹੈ ਔਰ ਇਸ ਦਾ ਖਰਚਾ ਜਿਹੜਾ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਤੇ ਪਾਇਆ ਜਾ ਰਿਹਾ ਕਿ ਜਿਹੜਾ ਇਹ ਬਿਆਨ ਆਇਆ ਪਰਮਿੰਦਰਪਾਲ ਸਿੰਘ ਨੇ ਦੱਸਿਆ। ਮੈਂ ਤੁਹਾਨੂੰ ਮੀਡੀਆ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਉੱਥੇ ਮੰਤਰੀ ਸਾਹਿਬ ਵੀ ਬੈਠੇ ਸੀ, ਉੱਥੇ MLA ਸਾਹਿਬ ਵੀ ਬੈਠੇ ਸੀ, ਉੱਥੇ ਹੋਰ ਵੀ ਨੁਮਾਇੰਦੇ ਬੈਠੇ ਸੀ। ਜਿਹੜੀ ਗੱਲ ਵੋਟਾਂ ਦੀ ਦੱਸੀ ਗਈ ਹੈ ਕਿ 65,000 ਵੋਟ ਹੈ ਔਰ ਇਹ ਸਾਜ਼ਿਸ਼ ਅਧੀਨ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਸਾਹਮਣੇ ਆਇਆ ਹੈ ਕਿ ਇਹ ਤੇ ਐਲੀਗੇਸ਼ਨ ਲਗਾਇਆ ਜਾ ਰਿਹਾ ਕਿ ਜਾਗੋ ਪਾਰਟੀ ਦਿੱਲੀ ਗੌਰਮੈਂਟ ਨਾਲ ਮਿਲ ਕੇ ਵੋਟਾਂ ਕਟਾਣੀ ਜਾਂਦੀ ਹੈ। ਜੇ ਅਸੀਂ ਵੋਟਾਂ ਕਟਾਣੀਆਂ ਹੁੰਦੀਆਂ ਤੇ ਅਸੀਂ ਬਾਰ-ਬਾਰ ਕੰਪੈਲ ਕਰਦੇ ਗੌਰਮੈਂਟ ਨੂੰ ਕਿ ਮੀਟਿੰਗਾਂ ਰੱਖੋ ਔਰ ਸਮਾਂ ਵਧਾਓ। ਮੈਂ ਤੁਹਾਡੀ ਨੌਲੇਜ ਤੇ ਇੱਕ ਗੱਲ ਕਦਮ ਜਾਣਕਾਰੀ ਵਾਸਤੇ, ਇਹ ਜਿਹੜੀਆਂ 2 ਮੀਟਿੰਗਾਂ ਹੋਈਆਂ ਉਹ ਸਮਾਂ ਵਧਿਆ 20 ਦਿਨ ਦਾ, 15 ਦਿਨ ਦਾ, ਇਹ ਸਮਾਂ ਸਾਡੀਆਂ ਆਰਥਿਕ ਕੋਸ਼ਿਸ਼ਾਂ ਨਾਲ ਵਧਿਆ। ਔਰ ਦੂਸਰੀ ਗੱਲ, ਮੈਂ ਇਹਨਾਂ ਨੂੰ, ਜੇ ਤੁਸੀਂ ਦਿੱਲੀ ਦੀ ਸੰਗਤ ਕੋਲ ਜਾਣਾ, ਪਹਿਲੇ ਸਾਡੇ ਪ੍ਰਧਾਨ ਸਾਹਿਬ ਨੂੰ ਬਦਨਾਮ ਕੀਤਾ ਹਰ ਤਰੀਕੇ ਨਾਲ। ਅੱਜ ਕੋਈ ਵੀ ਮੀਟਿੰਗ ਹੁੰਦੀ ਝੂਠ ਬੋਲਦੇ ਆ। ਜੇ ਤੁਸੀਂ ਇੱਥੇ ਇਹ ਮੁੱਦਾ ਚੱਕਿਆ ਵੋਟਾਂ ਦਾ, ਤਾਂ ਫਿਰ ਇਹ ਤੁਸੀਂ ਸ਼ਲਾਘਾ ਜਿਹੜੀ ਕੀਤੀ ਆ ਪਰਮਿੰਦਰਪਾਲ ਸਿੰਘ, ਅਸੀਂ ਇਹਨਾਂ ਨੇ ਚੱਕਿਆ ਮੁੱਦਾ ਕਿ ਵੋਟ ਨਹੀਂ ਕੱਟਣੀ ਚਾਹੀਦੀ। ਤੁਸੀਂ ਸਿਰਫ ਆਪਣੇ ਜੋ ਦਿੱਲੀ ਕਮੇਟੀ ਦੇ ਸਾਧਨ ਵਰਤ ਕੇ ਤੁਸੀਂ ਜੋ ਮਿਸਗੜ ਕਰਦੇ ਹੋ ਉਹ ਬਿਲਕੁਲ ਗਲਤ ਗੱਲ ਹੈ ਔਰ ਝੂਠ ਬੋਲਦੇ ਹੋ। ਦਿੱਲੀ ਦੀ ਸੰਗਤ ਨੇ ਤੁਹਾਡੀ ਪਛਾਣ ਕਰ ਲਈ ਹੈ। ਕਿਸ ਤਰੀਕੇ ਦੇ ਨਾਲ ਤੁਸੀਂ ਗੁਰਬਾਣੀ ਨੂੰ ਗਲਤ ਪੜ੍ਹਿਆ, ਗੁਰਬਾਣੀ ਦੇ ਤੁਕਾਂ ਨੂੰ ਉਲਟਾਇਆ, ਕਿਸ ਤਰੀਕੇ ਦੇ ਨਾਲ ਤੁਸੀਂ ਇਤਿਹਾਸ ਨੂੰ ਪਲਟਣ ਦੀ ਕੋਸ਼ਿਸ਼ ਕੀਤੀ, ਕਿਸ ਤਰੀਕੇ ਦੇ ਨਾਲ ਤੁਸੀਂ ਦਿੱਲੀ ਦੀਆਂ ਸੰਗਤਾਂ ਨੂੰ ਗੁੰਮਰਾਹ ਕੀਤਾ, ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇੰਟਰਨੈਸ਼ਨਲ ਨਗਰ ਕੀਰਤਨ ਸੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਮੈਂ ਇੱਕੋ ਇੱਕ ਬੇਨਤੀ ਕਰਨਾ ਚਾਹੁੰਦਾ ਮੀਡੀਆ ਨੂੰ ਵੀ ਤੇ ਸੰਗਤ ਨੂੰ ਵੀ, ਇਹਨਾਂ ਦੇ ਕਿਸੇ ਵੀ ਗੁੰਮਰਾਹ ਪ੍ਰਚਾਰ ਦੇ ਵਿੱਚ ਇਹ ਨਾ ਆਉਣ ਔਰ ਇਹਨਾਂ ਦੇ ਸੱਚ ਨੂੰ ਪਛਾਣਨ, ਤਾਂ ਕਿ ਜੋ ਇਹ ਝੂਠ ਬੋਲ ਰਿਹਾ ਉਹਨੂੰ ਪਛਾਣਨ ਔਰ ਸੱਚ ਦੀ ਗੱਲ ਸੁਣਨ। ਇਸ ਕਰਕੇ ਮੈਂ ਫਿਰ ਬੇਨਤੀ ਕਰਦਾ। ਔਰ ਮੈਂ ਇੱਕ ਗੱਲ ਹੋਰ ਦੱਸ ਦਵਾਂ, ਅਸੀਂ ਦਿੱਲੀ ਗੌਰਮੈਂਟ ਦੀ ਜਿਹੜੀ ਆ ਇਹ ਵੋਟਾਂ ਦਾ ਟਾਈਮ ਵਧਾਇਆ, ਉਹਦੀ ਸ਼ਲਾਘਾ ਕਰਦੇ ਹਾਂ। ਕਿਉਂ ਸ਼ਲਾਘਾ ਕਰਦੇ? ਸਾਡੇ ਨੁਮਾਇੰਦਿਆਂ ਨੇ ਜਾ ਕੇ ਉਹਨਾਂ ਨੂੰ ਪ੍ਰੇਰਿਆ ਕੀ ਹੈ ਕਿ ਦਿੱਲੀ ਵਿੱਚ ਜਿਹੜੇ ਸੰਗਤ ਹੈਗੀ ਆ, ਉਹ ਸੰਗਤ ਲੋਕ ਜਿਹੜੇ ਸੰਗਤ ਹੈਗੀ ਆ ਉਹ ਟਰਨ ਬਾਈ ਟਰਨ ਵੋਟਾਂ ਬਣਾ ਰਿਹਾ ਗਿਆ ਔਰ ਦਿਨ ਬ ਦਿਨ ਵੱਧ ਲੋਕਾਂ 'ਚ ਜਾਗਰੂਕਤਾ ਪੈਦਾ ਹੋ ਰਹੀ ਹੈ। ਔਰ ਜਿਹੜੀ ਦਿੱਲੀ ਗੌਰਮੈਂਟ ਹੈਗੀ ਆ, ਇਹਨਾਂ ਨੇ ਜੋ ਟਾਈਮ ਵਧਾਇਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਆਉਣ ਵਾਲੇ ਸਮੇਂ 'ਚ ਜੋ ਆਚਾਰ ਸੰਹਿਤਾ ਹੈ, ਜੋ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਇਹ ਜੋ ਮਿਸਯੂਜ਼ ਹੋ ਰਿਹਾ, ਔਰ ਦਿੱਲੀ ਗੌਰਮੈਂਟ ਨੂੰ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਇਸ 'ਤੇ ਪਾਬੰਦੀ ਲਾਈ ਜਾਏ, ਤਾਂ ਕਿ ਜੋ ਆਉਣ ਵਾਲੇ ਸਮੇਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਇਲੈਕਸ਼ਨਾਂ ਹੈਗੀਆਂ ਉਹ ਨਿਰਪੱਖ ਹੋ ਸਕਣ ਔਰ ਸੰਗਤਾਂ ਆਪਣੇ ਹਿਰਦੇ ਨਾਲ, ਆਪਣੇ ਮਨ ਨਾਲ ਵੋਟ ਪਾ ਕੇ ਆਪਣੇ ਸਹੀ ਨੁਮਾਇੰਦੇ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਧਾਰਮਿਕ ਸੰਸਥਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।